ਸਾਡੇ ਪ੍ਰਭੂ ਯਿਸੂ ਮਸੀਹ ਦਾ ਬਹੁਤ ਬਹੁਤ ਧੰਨਵਾਦ ਹੋਵੇ ਜਿਸ ਨੇ ਅੱਜ ਦਾ ਦਿਨ ਸਾਨੂੰ 1 ਅਕਤੂਬਰ ਵਿਖਾਇਆ ਹੈ 2020। ਇਹਦੇ ਲਈ ਅਸੀਂ ਬੜੇ ਧੰਨਵਾਦੀ ਹਾਂ। ਅਜੀਜ਼ੋ, ਅੱਜ ਫਿਰ ਪ੍ਰਭੂ ਦਾ ਵਚਨ, ਪ੍ਰਭੂ ਦੇ ਫਿਰ ਤੁਹਾਡੇ ਕੋਲ ਆਇਆ ਹਾਂ। ਪ੍ਰਭੂ ਤੁਹਾਨੂੰ ਬਹੁਤ ਵੱਡੀ ਕਿਰਪਾ ਦੇਵੇ, ਬਹੁਤ ਵੱਡਾ ਫਜ਼ਲ ਦੇਵੇ। ਤੇ ਅੱਜ ਦਾ ਟੌਪਿਕ ਹੈ ਅੰਤ ਸਮੇਂ ਦਾ ਸੰਦੇਸ਼। ਅੰਤ ਸਮੇਂ ਦਾ ਸੰਦੇਸ਼। ਔਰ ਇਸ ਅੰਤ ਸਮੇਂ ਦੇ ਸੰਦੇਸ਼ ਨੂੰ ਅੱਜ ਅਸੀਂ ਲਵਾਂਗੇ ਔਰ ਇਹਦੇ ਲਈ ਪ੍ਰਭੂ ਤੁਹਾਨੂੰ ਬਹੁਤ ਵੱਡੀ ਕਿਰਪਾ ਦੇਵੇ। ਅਜੀਜ਼ੋ, ਆਓ ਅਸੀਂ ਰੋਮੀਆਂ ਦੀ ਪੱਤਰੀ ਔਰ ਉਸ ਦੀਆਂ ਆਖਰੀ 2 ਆਇਤਾਂ ਪੜ੍ਹਨਾ ਚਾਹੁੰਦਾ ਹਾਂ। ਲਿਖਿਆ ਹੈ, ਕਿਉਂ ਇਸ ਲਈ ਜੋ ਉਹਨਾਂ ਨੇ ਨਿਸ਼ਚਾ ਦੇ ਰਾਹ ਤੋਂ ਨਹੀਂ ਪਰ ਮਾਨੋ ਕਰਨੀਆਂ ਦੇ ਰਾਹ ਤੋਂ ਉਹਦਾ ਪਿੱਛਾ ਕੀਤਾ। ਉਹਨਾਂ ਠੇਡੇ ਖਿਲਾਉਣ ਵਾਲੇ ਪੱਥਰ ਨਾਲ ਠੇਡਾ ਖਾਧਾ ਅਤੇ ਜਿਵੇਂ ਲਿਖਿਆ ਹੋਇਆ ਹੈ, ਵੇਖੋ ਮੈਂ ਸਿਯੋਨ ਵਿੱਚ ਠੇਡਾ ਲੱਗਣ ਦਾ ਪੱਥਰ ਅਤੇ ਠੋਕਰ ਖਾਣ ਦੀ ਚਟਾਨ ਰੱਖਦਾ ਹਾਂ ਅਤੇ ਉਹ ਜਿਹੜਾ ਉਸ ਉੱਤੇ ਨਿਸ਼ਚਾ ਕਰਦਾ ਹੈ ਉਹ ਲੱਜਾਵਾਨ ਨਹੀਂ ਹੋਵੇਗਾ। ਪ੍ਰਭੂ ਬਹੁਤ ਵੱਡੀ ਕਿਰਪਾ ਦੇਵੇ। ਨਿਸ਼ਚਾ ਤੇ ਕਰਨੀਆਂ, ਇਹਨਾਂ ਦੋਵਾਂ ਦੇ ਅੰਦਰ ਬਹੁਤ ਫਰਕ ਹੁੰਦਾ ਹੈ। ਨਿਸ਼ਚਾ ਕਰਨ ਵਾਲੇ ਲੋਕ ਲੱਜਾਵਾਨ ਨਹੀਂ ਹੁੰਦੇ ਜਿਵੇਂ ਅਬਰਾਹਾਮ ਨੇ ਨਿਸ਼ਚਾ ਕੀਤੀ। ਪ੍ਰਭੂ ਬਹੁਤ ਵੱਡੀ ਕਿਰਪਾ ਦੇਵੇ। ਅਬਰਾਹਾਮ ਨੇ ਨਿਸ਼ਚਾ ਕੀਤੀ ਔਰ ਉਹ ਧਰਮੀ ਠਹਿਰਾਇਆ ਗਿਆ। ਮੇਰੇ ਅਜੀਜ਼ੋ, ਇਸੇ ਤਰ੍ਹਾਂ ਅਬਰਾਹਾਮ ਦੀ ਅੰਸ਼ ਵਿੱਚੋਂ, ਜਾਣੇ ਕਿ ਇਸਰਾਏਲੀਆਂ ਵਿੱਚੋਂ ਜਦੋਂ ਉਹਨਾਂ ਨੂੰ ਸ਼ਰ੍ਹਾ ਮਿਲੀ ਤੇ ਉਹਨਾਂ ਨੇ ਦੱਸਣਾ ਚਾਹੁੰਦਾ ਕਿ ਉਹਨਾਂ ਨੇ ਕਰਨੀਆਂ ਵੱਲ ਧਿਆਨ ਦਿੱਤਾ। ਕਰਨੀਆਂ ਮਤਲਬ ਜੇ ਕੋਈ ਭਗਤੀ ਕਰਦਾ ਤੇ ਉਹ ਨਿਸ਼ਾਨ ਵਿਖਾਵੇ। ਔਰ ਯਿਸੂ ਮਸੀਹ ਦੇ ਵਿਖੇ ਲਿਖਿਆ ਹੈ, ਮੈਂ ਪੜ੍ਹਨਾ ਚਾਹੁੰਦਾ ਹਾਂ ਔਰ ਇਹ ਲਿਖਿਆ ਹੈ, ਵੇਖੋ ਮੈਂ ਸਿਯੋਨ ਵਿੱਚ ਠੇਡਾ ਲੱਗਣ ਦਾ ਪੱਥਰ ਅਤੇ ਠੋਕਰ ਖਾਣ ਦੀ ਚਟਾਨ ਰੱਖਦਾ ਹਾਂ ਅਤੇ ਜਿਹੜਾ ਉਸ ਉੱਤੇ ਨਿਸ਼ਚਾ ਕਰਦਾ ਹੈ ਉਹ ਲੱਜਾਵਾਨ ਨਹੀਂ ਹੋਵੇਗਾ। ਕਿ ਮੇਰੇ ਅਜੀਜ਼ੋ, ਮੈਂ ਦੱਸਣਾ ਚਾਹੁੰਦਾ ਕਿ ਪਰਾਈਆਂ ਕੌਮਾਂ ਦੇ ਲੋਕਾਂ ਨੇ ਯਿਸੂ ਮਸੀਹ ਦੇ ਉੱਤੇ ਨਿਸ਼ਚਾ ਕੀਤੀ ਔਰ ਜਦ ਉਹਨਾਂ ਨੇ ਨਿਸ਼ਚਾ ਕੀਤੀ ਤੇ ਉਹਨਾਂ ਲਈ ਨਿਸ਼ਾਨ ਜਿਹੜੇ ਸੀ, ਅੰਤ ਸਮੇਂ ਦਾ ਨਿਸ਼ਾਨ ਜਿਹੜਾ ਸੀ ਉਹ ਪ੍ਰਗਟ ਹੋਇਆ। ਅੰਤ ਸਮੇਂ ਦੀਆਂ ਲਿਖਤਾਂ ਹਨ ਸਾਡੇ ਆਖਰੀ ਦਿਨਾਂ ਦੀਆਂ। ਜਦੋਂ ਦੁਨੀਆ ਦੇ ਆਖਰੀ ਦਿਨ ਨੇ, ਅੰਤ ਸਮੇਂ ਦਾ ਸੰਦੇਸ਼ ਹੈ ਤੇ ਇਹਦੇ ਵਿੱਚ ਵਚਨ ਦਾ ਪਿੱਛਾ ਕਰਨਾ, ਨਿਸ਼ਚਾ ਵਿਸ਼ਵਾਸ ਕਰਨਾ ਪ੍ਰਭੂ ਦੇ ਵਚਨ ਦੇ ਉੱਤੇ ਬੜਾ ਜ਼ਰੂਰੀ ਹੈ। ਔਰ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ ਇੱਕ ਆਇਤ ਜੋ ਮੱਤੀ 7:21 ਹੈ। ਮੈਂ ਉਸ ਨੂੰ ਤੁਹਾਡੇ ਸਾਹਮਣੇ ਰੱਖ ਦੇਣਾ ਚਾਹੁੰਦਾ ਹਾਂ ਕਿਉਂਕਿ ਅੱਜ ਸਾਡੇ ਇਹਨਾਂ ਦਿਨਾਂ ਦੇ ਅੰਦਰ ਲੋਕ ਇਸ ਲਈ ਭੱਜ ਰਹੇ ਨੇ
ਭਈ ਉਹ ਚੰਗੇ ਹੋ ਜਾਣ, ਉਹ ਚੰਗੇ ਹੋ ਜਾਣ। ਇਸ ਲਈ ਦੌੜਾਂ ਲਾ ਰਹੇ ਨੇ ਭਈ ਉਹਨਾਂ ਦੇ ਪੇਟ ਦੀ ਦਰਦ ਹਟ ਜਾਵੇ ਔਰ ਉਹਨਾਂ ਦੇ ਨਾਲ ਬਹੁਤ ਸਾਰੇ ਨਿਸ਼ਾਨ ਹੋ ਜਾਣ। ਇਸ ਕਰਕੇ ਅਸੀਂ ਦੇਖਦੇ ਹਾਂ ਉਹ ਦੌੜ ਰਹੇ ਹਨ। ਤੋ ਮੈਂ ਇੱਥੇ ਤੁਹਾਡੇ ਲਈ ਕੁਝ ਲਿਖਤਾਂ ਪੜ੍ਹਨੀਆਂ ਚਾਹੁੰਦਾ ਹਾਂ ਔਰ ਇਹ ਲਿਖਤਾਂ ਹਨ ਮੱਤੀ 7 ਦੀ 21 ਆਇਤ, ਜੋ ਤੁਹਾਡੇ ਸਾਹਮਣੇ ਪੜ੍ਹਨੀ ਚਾਹੁੰਦਾ। ਲਿਖਿਆ ਹੈ, ਉਸ ਦਿਨ ਅਨੇਕ ਮੈਨੂੰ ਆਖਣਗੇ, हे प्रभु, हे प्रभु, हे प्रभु, हे प्रभु, कि असां तेरा नाम लैके अगम वाक नहीं कीता अते तेरा नाम लैके भूत नहीं कढे अते तेरा नाम लैके बहुतियां करामातां नहीं कीतियां। 22 मैं उन्होंने साफ आखांगा, पर मैं तुहानू कदे भी नहीं जानिया, हे बरियारो मेरे कोलों चले जाओ। अज असी देखते हाँ कि बड़े ਵੱਡੇ ਵੱਡੀਆਂ ਬੰਦਗੀਆਂ ਹੁੰਦੀਆਂ ਨੇ ਔਰ ਉਹਨਾਂ ਦੇ ਅੰਦਰ ਵਚਨ ਦੀ ਤੇ ਕੋਈ ਭੁੱਖ ਪਿਆਸ ਨਹੀਂ ਹੁੰਦੀ, ਪਰ ਲੋਕ ਚੰਗੇ ਹੋਣ ਦੇ ਲਈ ਪੀੜਾਂ ਦੀਆਂ ਪੀੜਾਂ ਜਾਂਦੀਆਂ ਨੇ। ਤੋ ਮੇਰੇ ਅਜੀਜ਼ੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਇਸ ਮੱਤੀ 13 ਦੇ ਪਹਿਲੀਆਂ ਆਇਤਾਂ ਨੂੰ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਿਆ ਹਾਂ। ਦੋਨਾਂ 'ਚ ਕਿੰਨਾ ਫਰਕ ਹੋਵੇਗਾ। ਔਰ ਇੱਥੇ ਲਿਖਿਆ ਹੈ, ਉਹਨਾਂ ਉੱਤੇ ਯਸ਼ਾਇਆ ਦਾ ਗਮ ਵਾਕ ਪੂਰਾ ਹੋਇਆ। ਤੁਸੀਂ ਕੰਨਾਂ ਨਾਲ ਸੁਣੋਗੇ ਪਰ ਮੂਲੋਂ ਨਾ ਸਮਝੋਗੇ, ਅਤੇ ਵੇਖਦੇ ਹੋਏ पर मूलों ना बुझोगे, क्यों जो इस प्रजा का मन मोटा हो गया अते वो कन्ना नाल उच्चा सुनते हैं। उन्होंने अपनियां अखां मीट लईयां अते वो अखां नाल वेखण अते कन्ना नाल सुन अते मन नाल समझण अते मोड़ आउण अते मैं उन्हां नूं चंगा करां। तो असी वेखते हाँ कि लिखत कहती है अते तुहाडे कान जो सुनते हैं, क्योंकि मैं तुहानू सच आखदा हाँ कि बथेरे नबी अते धर्मी सन, पर जो कुछ तुसां वेख्या वचन कहता है वो वेखते पर उन्होंने नहीं वेख्या, तुसी सुनते हुए ना सुनिया। और वचन कहता है कि वचन की समझ तुहानू दिती गई है, उन्होंने नहीं। प्रभु बहुत बड़ी कृपा देवे। जिथे करामातां हुंदियां ने मेरे अजीजो, उत्थे वचन की समझ भी होनी चाहिए है। संदेश का भी पता होना चाहिए है कि अंतले दिनां दे लई साडे कोल किहड़ा संदेश आया है, अंतले समय दे लई किहड़ा संदेश सी जिहदे असां पिछे चलना है। तो अज इस गल नूं वेख्या नहीं जा रहा, सिर्फ करामातां निशाना दे पिछे लोग भज रहे हैं। इसे करके असीं देखते हाँ कि वो यहूदी निशाना नूं वेखदे हुए रह गए और उन्हां दे कोलों वो निशान जिहड़े सन
ਉਹ ਵੇਖਦੇ, ਉਹ ਯਿਸੂ ਮਸੀਹ ਨੂੰ ਵੀ ਕਹਿੰਦੇ ਸੀ, ਤੂੰ ਸਾਨੂੰ ਕਿਹੜਾ ਨਿਸ਼ਾਨ ਵਿਖਾਉਂਦਾ? ਜਦ ਕਿ ਉਹ ਮਸੀਹਾ ਸੀ ਔਰ ਉਹਨੂੰ ਵੇਖ ਕੇ ਉਹਦੇ ਉੱਤੇ ਨਿਸ਼ਚਾ ਕਰਨੀ ਚਾਹੀਦੀ ਸੀ। ਔਰ ਲਿਖਤ ਦਿੰਦਾ ਹਾਂ, ਲਿਖਿਆ ਹੈ ਯਹੂਨਾ 1:11 ਦੇ ਅੰਦਰ ਉਹ ਆਪਣਿਆਂ ਦੇ ਘਰ ਆਇਆ ਅਤੇ ਉਸਦੇ ਆਪਣਿਆਂ ਨੇ ਉਸ ਨੂੰ ਨਾ ਪਹਿਚਾਣਿਆ। ਕਿਉਂ? ਇਸ ਲਈ ਜੋ ਉਹਨਾਂ ਨੇ ਨਿਸ਼ਚਾ ਦੇ ਰਾਹ ਤੋਂ ਨਹੀਂ ਪਰ ਮਾਨੋ ਕਰਨੀਆਂ ਦੇ ਰਾਹ ਤੋਂ ਉਹਦਾ ਪਿੱਛਾ ਕੀਤਾ। ਉਹ ਯਿਸੂ ਮਸੀਹ ਦੇ ਪਿੱਛੇ ਚੱਲਦੇ ਸਨ ਪਰ ਨਿਸ਼ਚਾ ਨਾਲ ਨਹੀਂ। ਉਹ ਕਰਨੀਆਂ ਵੇਖਣਾ ਚਾਹੁੰਦੇ ਸਨ, ਉਹ ਮੌਜ ਦੇ ਵੇਖਣੇ ਚਾਹੁੰਦੇ ਸਨ, ਉਹ ਲੋਕਾਂ ਨੂੰ ਚੰਗੇ ਹੋਣਾ ਵੇਖਣਾ ਚਾਹੁੰਦੇ ਸਨ, ਪਰ ਨਿਸ਼ਚਾ ਦੇ ਰਾਹ ਨੂੰ ਉਹਨਾਂ ਨੇ ਛੱਡ ਦਿੱਤਾ ਵੀ ਅਸੀਂ ਉਹਦੇ ਉੱਤੇ ਵਿਸ਼ਵਾਸ ਕਰੀਏ। ਇਹ ਉਹਨਾਂ ਤੋਂ ਓਲੇ ਹੋ ਗਿਆ। ਜਿਵੇਂ ਅੱਜ ਵੀ ਬਹੁਤ ਸਾਰੀਆਂ ਭੀੜਾਂ ਜਿਹੜੀਆਂ ਨੇ ਉਹ ਬਸ ਚੰਗੇ ਹੋਣ ਤੱਕ ਹੀ ਜਿਉਂਦੇ ਨੇ, ਪਰ ਅੱਗੇ ਜੇ ਵਚਨ ਦੇ ਭੇਤਾਂ ਦੀ ਗੱਲ ਹੈ ਤੇ ਉਹਦੇ ਬਾਰੇ ਉਹ ਜਾਣਨਾ ਪਸੰਦ ਨਹੀਂ ਕਰਦੇ। ਲਿਖਿਆ ਵੇਖੋ, ਸਿਯੋਨ ਵਿੱਚ ਠੇਡਾ ਖਾਨ ਦਾ ਪੱਥਰ ਅਤੇ ਠੋਕਰ ਖਾਨ ਦੀ ਚਟਾਨ, ਅਤੇ ਜਿਹੜਾ ਉਸ ਉੱਤੇ ਨਿਸ਼ਚਾ ਕਰਦਾ ਹੈ ਉਹ ਲੱਜਿਆਵਾਨ ਨਹੀਂ ਹੋਵੇਗਾ। तो मैं 33 आज पढ़नी चाहता हाँ। लिखा है जिवें आख्या होया है, वेखो मैं सियोन विच ठेडा लगन दा पत्थर अते ठोकर खान दी चट्टान रखदा हाँ। मेरे अजीजो, मैं एक हवाला होर दे के फिर अगे नूं जान लग्या हाँ। ये हवाला है मत्ती 13:55। मत्ती 13:55 मैं तुहाडे सामने रखना चाहता हाँ, और ये बड़ा ही जरूरी है। मत्ती 13:55 लो मैं तुहाडे सामने रखना चाहता हाँ। लिखा है, भला ये तरखान दा पुत्र नहीं अते एदी मां मरियम नहीं कहौंदी, अते एदे भाई याकूब और जूस अते सामाउन और यहूदा नहीं हन, अते ओदियां सबे भैणां साडे कोल नहीं हन। फिर ओनू ये सब कुछ कित्थों मिलिया? उन्हां नूं सब कुछ कित्थों मिलिया? बस उन्होंने ठोकर खाधी और ठेडा खा गए। कादे तो मसीहा जिहड़ा आ रहा सी, उन्होंने उसनू कबूल ना किया। अपने घर आया पर उन्होंने उन्हों कबूल ना किया। और पराइयां जातियां लई लिखित है, जिन्हां ने उसनू कबूल किया उन्होंने उसने अपने पुत्र होने दा हक दिता, अर्थात उन्होंने जिन्होंने उहदे नाम उत्ते निश्चा की। प्रभु बहुत वड्डी कृपा दवे। हुण असी वेखते हाँ कि निश्चा करन वाले लोग जिहड़े ने ओ आए और उन्होंने निश्चा की, और वो निश्चा जिहड़ी सी उन्होंने की। और लिखत कहती है कि आखिरी दिनां दे बारे विच मैं तुहाडे सामने प्रकाश की पोथी और उसका 14 अध्याय रखदा हाँ।
ਲਿਖਿਆ ਲੌਦੀਕਿਆ ਦੀ ਕਲੀਸਿਆ ਦੇ ਦੂਤ ਨੂੰ ਇਉਂ ਲਿਖ, ਭਾਈ ਜਿਹੜਾ ਆਮੀਨ ਹੈ, ਜਿਹੜਾ ਵਫਾਦਾਰ ਹੈ ਅਤੇ ਸੱਚਾ ਗਵਾਹ ਹੈ, ਜਿਹੜਾ ਪਰਮੇਸ਼ਰ ਦੀ ਸ੍ਰੇਸ਼ਟਤਾ ਮੁੱਢ ਹੈ, ਉਹ ਇਹ ਆਖਦਾ ਹੈ, ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ। ਭਾਈ ਤੂੰ ਨਾ ਠੰਡਾ ਤੇ ਨਾ ਤੱਤਾ ਹੈ। ਮੈਂ ਚਾਹੁੰਦਾ ਸਾਂ ਜੋ ਤੂੰ ਠੰਡਾ ਜਾਂ ਤੱਤਾ ਹੁੰਦਾ। ਸੋ ਤੂੰ ਜੋ ਸੀਲ ਗਰਮ ਹੈ, ਨਾ ਤੱਤਾ ਨਾ ਠੰਡਾ, ਇਸ ਕਾਰਨ ਮੈਂ ਤੈਨੂੰ ਆਪਣੇ ਮੂੰਹ ਵਿੱਚੋਂ ਉਗਲ ਸੁੱਟਾਂਗਾ। ਅੱਜ ਅਸੀਂ ਦੇਖਦੇ ਹਾਂ ਕਿ ਲੋਕਾਂ ਦੇ ਦਿਲ ਵਚਨ ਦੇ ਪੱਖ ਤੋਂ ਠੰਡੇ ਪੈ ਚੁੱਕੇ ਹੋਏ ਨੇ, ਔਰ ਉਹ ਖੁਦਾ ਦੇ ਵਚਨ ਦੇ ਉੱਤੇ ਨਿਸ਼ਚਾ ਨਹੀਂ, ਪਰ ਸਿਰਫ ਚੰਗਾਈਆਂ ਦੇ ਪਿੱਛੇ ਹੀ ਜਾ ਰਹੇ ਹਨ। ਮੈਂ ਇੱਕ ਗੱਲ ਦੱਸਣੀ ਚਾਹੁੰਦਾ, ਯਿਸੂ ਮਸੀਹ ਨੇ ਵੀ ਮੁਰਦਿਆਂ ਤੱਕ ਜਿਉਂਦੇ ਕੀਤੇ, ਔਰ ਅਸੀਂ ਵੇਖਦੇ ਹਾਂ ਕਿ ਉਹਨੇ ਲੰਗੜਿਆਂ ਨੂੰ ਚਲਾਇਆ, ਅੰਨ੍ਹਿਆਂ ਦੀਆਂ ਅੱਖਾਂ ਖੋਲੀਆਂ ਔਰ ਗੂੰਗਿਆਂ ਦੀ ਜ਼ੁਬਾਨ ਖੋਲੀ, ਔਰ ਅਸੀਂ ਦੇਖਦੇ ਹਾਂ ਕਿ ਉਸ ਨੇ ਇਹ ਸਾਰਾ ਕੁਝ, ਔਰ ਇਹ ਇਸਰਾਇਲ ਦੇ ਵਾਸਤੇ ਸੀਗਾ, ਭਾਈ ਉਹ ਵਿਸ਼ਵਾਸ ਕਰਨ ਜੋ ਆਉਣ ਵਾਲਾ ਇਹੋ ਮਸੀਹਾ ਹੈ। ਪਰ ਮੇਰੇ ਅਜ਼ੀਜ਼ੋ, ਉਹਨਾਂ ਨੇ ਵਿਸ਼ਵਾਸ ਨਾ ਕੀਤਾ। ਜਦ ਯਿਸੂ ਬੈਤਲਹਮ ਦੇ ਵਿੱਚ ਆਇਆ ਔਰ ਉਹ ਦੇਹਧਾਰੀ ਹੋਇਆ, ਉਦੋਂ ਵੀ ਉਹਨਾਂ ਨੇ ਵਿਸ਼ਵਾਸ ਨਾ ਕੀਤਾ। ਉਹਨਾਂ ਦੇ ਸਾਹਮਣੇ ਲਿਖਤ ਮੀਕਾ 5:2 ਰੱਖੀ ਹੋਈ ਸੀ, ਫਿਰ ਵੀ ਉਹਨਾਂ ਨੂੰ ਇਹ ਲਿਖਤ ਸਮਝ ਵਿੱਚ ਨਹੀਂ ਆਈ। ਤੁਹਾਡੇ ਸਾਹਮਣੇ ਛੇਤੀ ਛੇਤੀ ਇੱਕ ਲਿਖਤ ਰੱਖਣੀ ਚਾਹੁੰਦਾ ਹਾਂ। ਇਹ ਪ੍ਰਕਾਸ਼ ਦੀ ਪੋਥੀ ਔਰ ਉਸ ਦਾ 10ਵਾਂ ਅਧਿਆਇ, ਪ੍ਰਕਾਸ਼ 10 ਔਰ ਉਸ ਦੀ ਲਿਖਤ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਹਾਂ। ਲਿਖਿਆ ਹੈ ਪ੍ਰਕਾਸ਼ 10 ਦੀ 7 ਆਇਤ, ਔਰ ਇਹ ਕੌਣ ਹੈ ਜਿਹੜਾ ਇਸ 7ਵੀਂ ਲਿਖਤ ਦੇ ਬਾਰੇ ਕਹਿ ਰਿਹਾ ਹੈ? ਔਰ ਇਹ ਸਾਡਾ ਖੁਦਾਵੰਦ ਯਿਸੂ ਮਸੀਹ ਹੈ, ਜਿਸ ਨੂੰ ਪ੍ਰਕਾਸ਼ ਦੀ ਪੋਥੀ ਲਿਖਣ ਵਾਲੇ ਯਹੂਨਾ ਨੇ ਬਲੀ ਦੂਤ ਆਖਿਆ ਹੈ। ਲਓ ਮੈਂ ਪੜ੍ਹਨਾ ਚਾਹੁੰਦਾ ਹਾਂ। ਮੈਂ ਇੱਕ ਹੋਰ ਬਲੀ ਦੂਤ ਨੂੰ ਬੱਦਲ ਪੈਣੀ ਆਕਾਸ਼ੋਂ ਉਤਰਦੇ ਹੋਏ, ਔਰ ਉਹਦੇ ਸਿਰ ਉੱਤੇ ਮੇਘ ਧਨੁਖ ਸੀ, ਉਹਦਾ ਮੂੰਹ ਸੂਰਜ ਵਰਗਾ ਅਤੇ ਉਸਦੇ ਪੈਰ ਅਗਨ ਦੀਆਂ ਥੰਮਾਂ ਵਰਗੇ ਸਨ, ਅਤੇ ਆਪਣੇ ਹੱਥ ਵਿੱਚ ਇੱਕ ਖੁੱਲੀ ਹੋਈ ਛੋਟੀ ਪੋਥੀ ਉਸਨੇ ਫੜੀ ਹੋਈ ਸੀ। ਉਸਨੇ ਆਪਣੇ ਸੱਜੇ ਪੈਰ ਨੂੰ ਸਮੁੰਦਰ ਉੱਤੇ ਅਤੇ ਖੱਬੇ ਨੂੰ ਧਰਤੀ ਉੱਤੇ ਟਿਕਾਇਆ, ਤਾਂ ਉਸਨੇ ਵੱਡੀ ਆਵਾਜ਼ ਨਾਲ ਇਉਂ ਪੁਕਾਰਿਆ ਜਿਉਂ ਸ਼ੇਰ ਬੱਬਰ ਸ਼ੇਰ ਗੱਜਦਾ ਹੈ। ਤਾਂ ਉਸਨੇ ਪੁਕਾਰਿਆ ਤਾਂ 7 ਬੱਦਲ ਦੀਆਂ ਗਰਜਾਂ ਨੇ ਅਤੇ ਤਾਂ ਜਾਓ 7 ਗਰਜਾਂ ਬੋਲ ਹਟੀਆਂ। ਮੈਂ ਲਿਖਣ ਲੱਗਾ ਅਤੇ ਮੈਂ ਇੱਕ ਆਵਾਜ਼ ਸੁਣੀ ਆਕਾਸ਼ੋਂ, ਆਖਦੇ ਭਾਈ ਇਹ ਜਿਹੜੀਆਂ ਗੱਲਾਂ ਉਹਨਾਂ 7 ਗਰਜਾਂ ਨੇ ਸੁਣਾਈਆਂ, ਉਹਨਾਂ ਉੱਤੇ ਮੋਹਰ ਲਾ ਦੇ ਅਤੇ ਉਹਨਾਂ ਨੂੰ ਨਾ ਲਿਖ। ਜਿਹੜੇ ਦੂਤ ਨੂੰ ਮੈਂ ਸਮੁੰਦਰ ਅਤੇ ਧਰਤੀ ਦੇ ਉੱਤੇ ਖਲੋਤੇ ਵੇਖਿਆ ਸੀ, ਉਸ ਨੇ ਆਪਣਾ ਸੱਜਾ ਹੱਥ ਆਕਾਸ਼ ਵੱਲ ਉਠਾਇਆ, ਅਤੇ ਜਿਹੜਾ ਜੁਗੋ ਜੁਗ ਜਿਉਂਦਾ ਹੈ, ਲਿਖਿਆ ਹੈ ਜਿਨੇ ਆਕਾਸ਼ ਅਤੇ ਜੋ ਕੁਝ ਉਸ ਦੇ ਵਿੱਚ ਹੈ, ਧਰਤੀ ਅਤੇ ਜੋ ਕੁਝ ਉਹਦੇ ਵਿੱਚ ਹੈ,
ਅਤੇ ਸਮੁੰਦਰ ਜੋ ਕੁਝ ਉਹਦੇ ਵਿੱਚ ਹੈ ਉਤਪਤ ਕੀਤਾ ਅਤੇ ਉਹਦੀ ਸਹੁੰ ਖਾਧੀ। ਭਾਈ ਹੋਰ ਚਿਰ ਨਹੀਂ ਲੱਗੇਗਾ, ਸਗੋਂ ਸੱਤਵੇਂ ਦੂਤ ਦੀ ਆਵਾਜ਼ ਤੇ ਦਿਨੀ ਜਦੋਂ ਤੁਰੀ ਵਜਾਵੇਗਾ ਤਾਂ ਪਰਮੇਸ਼ਰ ਦਾ ਭੇਤ ਸੰਪੂਰਨ ਹੋਵੇਗਾ, ਜਿਵੇਂ ਉਸਨੇ ਆਪਣੇ ਦਾਸਾਂ ਅਤੇ ਨਬੀਆਂ ਨੂੰ ਇਹਦੀ ਖੁਸ਼ਖਬਰੀ ਦਿੱਤੀ ਸੀ। ਤੋ ਮੇਰੇ ਅਜੀਜ਼ੋ, ਇਹਨਾਂ ਦਿਨਾਂ ਦੇ ਅੰਦਰ ਸੱਤਵੇਂ ਦੂਤ ਦੀ ਆਵਾਜ਼, ਬ੍ਰਦਰ ਬ੍ਰੈਹਨਮ ਦੀ ਆਵਾਜ਼ ਔਰ ਉਹਦੇ ਅੰਦਰ ਯਹੋਵਾ ਦੀ ਆਵਾਜ਼ ਪੁਕਾਰ ਰਹੀ ਹੈ, ਪਰ ਲੋਕ ਇਸ ਉੱਤੇ ਧਿਆਨ ਨਹੀਂ ਦੇ ਰਹੇ। ਇਸ ਕਰਕੇ ਮੇਰੇ ਅਜੀਜ਼ੋ, ਅੱਜ ਇਹ ਭੇਤ ਭਰੇ ਜਿਹੜੇ ਸੰਦੇਸ਼ ਨੇ ਉਹਨਾਂ ਦੀ ਉਹ ਗੱਲ ਨਹੀਂ ਕਰ ਰਹੇ, ਸਗੋਂ ਇੱਕ ਗੱਲ ਕਰ ਰਹੇ ਹਨ, ਔਰ ਉਹ ਕਿਹੜੀ ਹੈ? ਬਸ ਅਸੀਂ ਚੰਗੇ ਹੋ ਜਾਈਏ। ਮੇਰੀ ਵੀ ਦੁਆ ਹੈ ਤੁਸੀਂ ਬਹੁਤ ਚੰਗੇ ਹੋ ਜਾਓ, ਖੁਦਾ ਤੁਹਾਨੂੰ ਬਹੁਤ ਵੱਡੀ ਕਿਰਪਾ ਦੇਵੇ। ਪਰ ਅਜੀਜ਼ੋ, ਵਚਨ ਦੇ ਪਿੱਛੇ ਚੱਲ ਕੇ ਹੀ ਬਰਕਤ ਅਤੇ ਆਸੀਸ ਮਿਲੇਗੀ। ਔਰ ਜੇ ਅਸੀਂ ਵਚਨ ਦਾ ਪਿੱਛਾ ਨਹੀਂ ਕਰ ਰਹੇ ਤੇ ਲਿਖਿਆ ਹੈ ਮੱਤੀ 24:35, ਯਿਸੂ ਮਸੀਹ ਨੇ ਕਿਹਾ ਜ਼ਮੀਨ ਅਤੇ ਆਸਮਾਨ ਟਲ ਜਾਣਗੇ, ਪਰ ਮੇਰੇ ਮੂੰਹ ਦੇ ਕਹੇ ਹੋਏ ਵਚਨ ਨਹੀਂ ਟਲਣਗੇ। ਸਾਡੇ ਨਾ ਆਖਰੀ ਦਿਨਾਂ ਦੇ ਅੰਦਰ ਇੱਕ ਦੂਤ ਹੈ ਔਰ ਉਹਦੇ ਦਿਨ ਸੱਤਵੀਂ ਮੋਹਰ ਨਾ ਮਾਫ ਕਰਨਾ, ਸੱਤਵੇਂ ਦੂਤ ਦੇ ਦਿਨਾਂ ਵਿੱਚ ਇੱਕ ਆਵਾਜ਼ ਆਉਂਦੀ ਹੈ ਔਰ ਉਸ ਆਵਾਜ਼ ਦਾ ਅੱਜ ਧਿਆਨ ਨਹੀਂ ਕੀਤਾ ਜਾਂਦਾ। ਪ੍ਰਭੂ ਬਹੁਤ ਵੱਡੀ ਬਰਕਤ ਦੇਵੇ। ਉਹ ਆਵਾਜ਼ ਜਿਹੜੀ ਹੈ ਉਹ ਸੱਤਵੇਂ ਦੂਤ ਦੀ ਆਵਾਜ਼ ਹੈ, ਔਰ ਉਹ ਕਿੱਥੇ ਹੈ? ਉਹ ਲੌਦੀਕੀਆ ਦੀ ਕਲੀਸਿਆ ਦੇ ਅੰਦਰ ਹੈ। ਲੌਦੀਕੀਆ ਦਾ ਮਤਲਬ ਆਪੋ ਆਪਣੀ ਮਰਜ਼ੀ, ਔਰ ਜਦੋਂ ਆਪੋ ਆਪਣੀ ਮਰਜ਼ੀ ਕਰ ਰਹੇ ਹਨ ਤੇ ਉਹ ਵਚਨ ਵੱਲ ਧਿਆਨ ਨਹੀਂ ਦੇ ਰਹੇ। ਜਿਵੇਂ ਲਿਖਤ ਕਹਿੰਦੀ ਹੈ, ਲੌਦੀਕੀਆ ਦੀ ਕਲੀਸਿਆ ਦੇ ਦੂਤ ਨੂੰ ਇਉਂ ਲਿਖ, ਭਾਈ ਜਿਹੜਾ ਆਮੀਨ ਹੈ, ਜਿਹੜਾ ਵਫਾਦਾਰ ਹੈ, ਜਿਹੜਾ ਸੱਚਾ ਗਵਾਹ ਹੈ, ਜਿਹੜਾ ਪਰਮੇਸ਼ਰ ਦੀ ਸ੍ਰਿਸ਼ਟ ਦਾ ਮੁੱਢ ਹੈ, ਉਹ ਆਖਦਾ ਹੈ ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ। ਭਾਈ ਨਾ ਤਾਂ ਠੰਡਾ ਤੇ ਨਾ ਤੱਤਾ, ਮੈਂ ਚਾਹੁੰਦਾ ਸਾਂ ਜੋ ਤੂੰ ਠੰਡਾ ਜਾਂ ਤੱਤਾ ਹੁੰਦਾ, ਸੋ ਤੂੰ ਜੋ ਸੀਲ ਗਰਮ ਹੈ, ਨਾ ਤੱਤਾ ਨਾ ਠੰਡਾ, ਇਸ ਕਾਰਨ ਮੈਂ ਆਪਣੇ ਮੂੰਹ ਵਿੱਚੋਂ ਤੈਨੂੰ ਉਗਲ ਸੁੱਟਾਂਗਾ। ਤੂੰ ਜੋ ਆਖਦਾ ਹੈ ਮੈਂ ਧਨਵਾਨ ਹਾਂ, ਮੈਂ ਮਾਇਆ ਜੋੜੀ ਹੈ, ਮੈਨੂੰ ਕਾਸੇ ਦੀ ਲੋੜ ਨਹੀਂ। ਮੇਰੇ ਅਜੀਜ਼ੋ, ਅੱਜ ਸਾਨੂੰ ਵਚਨ ਦੀ ਬਹੁਤ ਤਗੜੀ ਜ਼ਰੂਰਤ ਹੈ, ਤੇ ਆਓ ਅੱਜ ਅਸੀਂ ਇਹਨਾਂ ਲਿਖਤਾਂ ਨੂੰ ਜੋ ਬ੍ਰਦਰ ਬ੍ਰੈਨਮ ਨੇ ਲਿਖ ਦਿੱਤੀ ਹੈ, ਆਖਰੀ ਦਿਨਾਂ ਦੇ ਚਿੰਨ੍ਹ, ਆਖਰੀ ਦਿਨਾਂ ਦੇ ਚਿੰਨ੍ਹ, ਔਰ ਇਹ ਲਿਖਤਾਂ ਉਹਨੇ ਦਿੱਤੀਆਂ ਨੇ ਜਿਨ੍ਹਾਂ ਨੂੰ ਸਾਨੂੰ ਸਮਝ ਲੈਣਾ ਚਾਹੀਦਾ ਹੈ। ਤੇ ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਔਰ ਅਸੀਂ ਅੱਜ ਲਾਈਵ ਇਸ ਕਰਕੇ ਛੇਤੀ ਕੀਤਾ ਹੈ ਕਿਉਂਕਿ ਕਿਤੇ ਡੈਥ ਹੋ ਗਈ ਆ, ਉੱਥੇ ਅਸਾਂ ਜਾਣਾ ਹੈ। ਤੇ ਪ੍ਰਭੂ ਤੁਹਾਨੂੰ ਸੁਣਨ ਵਾਲਿਆਂ ਨੂੰ ਵੀ ਬੇਹੱਦ ਬਰਕਤ ਦੇਵੇ। ਆਓ ਅੱਖਾਂ ਨੂੰ ਬੰਦ ਕਰਾਂਗੇ, ਉਹ ਦਵਾਈਆ ਹਾਲਤ ਵਿੱਚ ਹੋਵਾਂਗੇ। ਸਾਡੇ ਪਿਆਰੇ ਪ੍ਰਭੂ ਯਿਸੂ ਮਸੀਹ, ਇਸਰਾਈਲ ਨੇ ਉਸ ਪੱਥਰ, ਉਸ ਚਟਾਨ ਤੋਂ ਠੇਡਾ ਖਾਧਾ, ਔਰ ਪਿਆਰੇ ਖੁਦਾਵੰ ਉਹ ਨਿਸ਼ਚਾ ਵੱਲ ਨਾ ਆਏ, ਪਰ ਜਿਨ੍ਹਾਂ ਨੇ ਨਿਸ਼ਚਾ ਕੀਤੀ
ਉਹ ਵਿਸ਼ਵਾਸ ਕੀਤਾ। ਅੱਜ ਪ੍ਰਭੂ ਯਿਸੂ ਮਸੀਹ ਉਹ ਨਿਸ਼ਚਾ ਦੇ ਕਾਰਨ ਤੇਰੇ ਘਰ ਵਿੱਚ ਪਹੁੰਚ ਗਏ, ਔਰ ਪ੍ਰਭੂ ਯਿਸੂ ਮਸੀਹ ਨਿਸ਼ਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ, ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ। ਪ੍ਰਭੂ ਬੇਸ਼ੱਕ ਭੂਤ ਨਿਕਲਦੇ ਨੇ, ਪਰ ਤੇਰਾ ਵਚਨ ਵੀ ਪ੍ਰਭੂ ਯਿਸੂ ਮਸੀਹ ਸੁਣਨਾ, ਪਹਿਚਾਨਣਾ, ਜਾਣਨਾ ਬਹੁਤ ਜ਼ਰੂਰੀ ਹੈ। ਪ੍ਰਭੂ ਤੂੰ ਬਹੁਤ ਵੱਡੀ ਕਿਰਪਾ ਦੇ, ਤੇਰਾ ਸ਼ੁਕਰ ਹੋਵੇ, ਧੰਨਵਾਦ। ਦੁਆ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ।